ਅੱਜ ਦਾ ਜ਼ਮਾਨਾ ਚੱਲ ਰਿਹਾ, ਭਰਾ ਭਰਾ ਦਾ ਵੈਰੀ ਬਣਿਆ ਪਿਆ ਵਾ, ਜ਼ਮੀਨਾਂ ਪਿੱਛੇ ਕਤਲ ਹੋ ਰਹੇ ਨੇ, ਪਰ ਤੁਸੀਂ ਆਪਣੀ ਨੌਕਰੀ ਛੱਡਦੀ ਭਰਾ ਦੇ ਕਾਰੋਬਾਰ ਨੂੰ ਸੈੱਟ ਕਰਨ ਵਾਸਤੇ ਕੀ ਕਹਿਣਾ ਚਾਹੋਗੇ? ਮੈਨੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਆਪਣੇ ਪਰਿਵਾਰ ਦੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਸਮਝਿਆ। ਅਗਰ ਮੈਂ ਆਪਣੇ ਪਰਸਨਲੀ ਤੌਰ 'ਤੇ ਦੇਖਾਂ ਤਾਂ ਸੈਲਫਿਸ਼ ਰਹਿੰਦਾ ਅਗਰ ਮੈਂ ਆਪਣੀ ਜੌਬ ਨੂੰ ਕਰਦਾ ਔਰ ਖੁਦ ਨੂੰ ਸਿਕਿਉਰ ਕਰਦਾ। ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਆ ਤੇ ਕਿਹੜੀ ਤੁਸੀਂ ਮਲਟੀ ਜਿਹੜੀ ਕੰਪਨੀ ਸੀ ਜਿਹੜੀ ਤੁਸੀਂ ਛੱਡ ਕੇ ਆਏ ਤੇ ਕਿੰਨੀ ਤਨਖਾਹ ਜਿਹੜੀ ਤੁਹਾਨੂੰ ਆਫਰ ਦਿੱਤੀ ਗਈ ਸੀ ਨਾਲੋਂ? ਤਾਂ ਗ੍ਰੈਜੂਏਸ਼ਨ ਕੀਤੀ ਹੈ ਸਰ ਮੈਂ ਬੈਚਲਰ ਆਫ ਪੋਲੀਟੀਕਲ ਸਾਇੰਸ ਐਂਡ ਕੰਪਿਊਟਰ ਸਾਇੰਸ ਦੇ ਨਾਲ, ਔਰ ਸਾਈਕੋਲੋਜੀ ਮੇਰਾ ਇੱਕ ਸਬਜੈਕਟ ਸੀ। ਠੀਕ ਹੈ ਸਰ। ਉਸ ਤੋਂ ਬਾਅਦ ਤਾਂ ਸਰ 5 ਸਾਲ ਮੈਂ ਜੌਬ ਕੀਤਾ ਹੈ MNC ਕੰਪਨੀ ਦੇ ਵਿੱਚ ਗੁੜਗਾਉਂ ਦੇ ਵਿੱਚ। ਲਾਸਟ ਮੈਂ ਸੀ ਪ੍ਰਮੋਟ ਹੋ ਕੇ ਗਿਆ ਸੀ ਉੱਥੇ ਐਜ਼ ਏ ਮੈਨੇਜਰ। ਸੋ ਜੇ ਆਪਾਂ ਉੱਥੇ ਜਾ ਕੇ ਕੰਮ ਕਰ ਸਕਦੇ ਤਾਂ ਸਾਨੂੰ ਇੱਥੇ ਕਰਨ 'ਚ ਕੀ ਸ਼ਰਮ ਹੈ, ਔਰ ਮਿਹਨਤ ਕਰਨ 'ਚ ਤਾਂ ਕਦੀ ਸ਼ਰਮ ਹੋਣੀ ਨਹੀਂ ਚਾਹੀਦੀ ਭਾਜੀ। D5 ਚੈਨਲ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਜੀ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਹਾਂ ਤੁਹਾਡਾ ਆਪਣਾ ਹਰਜੀਤ ਗਰੇਵਾਲ। ਕਿਹਾ ਜਾਂਦਾ ਵੀ ਕਲਯੁਗ ਦਾ ਜ਼ਮਾਨਾ ਚੱਲ ਰਿਹਾ ਵਾ, ਜਿੱਥੇ ਕਿ ਭਰਾ ਭਰਾ ਦਾ ਵੈਰੀ ਬਣਿਆ ਪਿਆ ਵਾ, ਜ਼ਮੀਨਾਂ ਖਾਤਰ ਜਿਹੜੇ ਕਿ ਕਤਲ ਹੋ ਰਹੇ ਨੇ। ਪਰ ਇੱਧਰ ਖਬਰ ਦਿਖਾਉਣ ਜਾ ਰਹੇ ਅੰਮ੍ਰਿਤਸਰ ਦੀ ਦੋ ਭਰਾਵਾਂ ਦੀ ਅਜਿਹੀ ਮਿਸਾਲ ਕਿ ਜਿਹੜੇ ਲੋਕ ਕਸਮਾਂ ਖਾ ਰਹੇ ਨੇ। ਉੱਥੇ ਇੱਕ ਭਰਾ ਵੱਲੋਂ ਆਪਣੀ ਜਿਹੜੀ ਆ 30,000 ਦੀ ਨੌਕਰੀ ਛੱਡ ਕੇ ਭਰਾ ਦੇ ਨਾਲ ਢਾਬਾ ਲਗਾਇਆ ਜਾ ਰਿਹਾ ਵਾ, ਆਲੂ ਦੇ ਪਰੌਂਠੇ ਵਿੱਚ ਜਾ ਰਹੇ ਨੇ ਅਤੇ ਭਾਂਡੇ ਤੱਕ ਜਿਹੜੇ ਮਾਂਜੇ ਜਾ ਰਹੇ ਨੇ। ਗੱਲਬਾਤ ਕਰਾਂਗੇ ਉਸ ਵੀਰ ਦੇ ਨਾਲ ਵੀ। ਭਾਜੀ ਕੀ ਕਹਿਣਾ ਚਾਹੋਗੇ? ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਕਿਹਾ ਜਾਂਦਾ ਵੀ ਕਲਯੁਗ ਦਾ ਜ਼ਮਾਨਾ ਚੱਲ ਰਿਹਾ, ਭਰਾ ਭਰਾ ਦਾ ਵੈਰੀ ਬਣਿਆ ਪਿਆ ਵਾ, ਜ਼ਮੀਨਾਂ ਪਿੱਛੇ ਕਤਲ ਹੋ ਰਹੇ ਨੇ, ਪਰ ਤੁਸੀਂ ਆਪਣੀ ਨੌਕਰੀ ਛੱਡਦੀ ਭਰਾ ਦੇ ਕਾਰੋਬਾਰ ਨੂੰ ਸੈੱਟ ਕਰਨ ਵਾਸਤੇ ਕੀ ਕਹਿਣਾ ਚਾਹੋਗੇ? ਭਾਜੀ ਸਭ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਇਸ ਤਰ੍ਹਾਂ ਦਾ ਕੁਝ ਨਹੀਂ ਹੈ ਭਾਜੀ, ਬਸ ਮੈਨੂੰ ਆਪਣੀਆਂ ਰਿਸਪੌਂਸਿਬਿਲਿਟੀਜ਼ ਔਰ ਆਪਣੀ ਜ਼ਿੰਮੇਵਾਰੀ ਨੂੰ ਸਮਝਦਿਆਂ ਹੋਇਆ ਆਪਣੇ ਪਰਿਵਾਰ ਦੇ ਨਾਲ ਖੜੇ ਹੋਣਾ ਬਹੁਤ ਜ਼ਰੂਰੀ ਸਮਝਿਆ। ਅਗਰ ਮੈਂ ਆਪਣੇ ਪਰਸਨਲੀ ਤੌਰ 'ਤੇ ਦੇਖਾਂ ਤਾਂ ਸੈਲਫਿਸ਼ ਰਹਿੰਦਾ ਅਗਰ ਮੈਂ ਆਪਣੀ ਜੌਬ ਨੂੰ ਕਰਦਾ ਔਰ ਖੁਦ ਨੂੰ ਸਿਕਿਉਰ ਕਰਦਾ। ਤੋ ਇੱਕ ਮੇਰੇ ਲਈ ਸਭ ਤੋਂ ਵੱਡੀ ਇੱਕ ਤਰ੍ਹਾਂ ਦਾ ਚੈਲੰਜ ਸੀ ਕਿ ਕਿੱਦਾਂ ਉਹ ਕੀਤਾ ਜਾਵੇ। ਤੋ ਮੈਂ ਇੱਕ ਆਪਣੇ ਟਾਈਮ 'ਤੇ ਡਿਸੀਜਨ ਲਿੱਤਾ ਔਰ ਵਾਪਿਸ ਆ ਗਿਆ, ਔਰ ਇਸਤਰੀ ਨੂੰ ਔਰ ਬੜਾ ਅੱਛਾ ਰਿਹਾ, ਔਰ ਪੂਰੀ ਫੈਮਿਲੀ ਮਿਲ ਕੇ ਕੰਮ ਕਰਦੀ ਔਰ ਅੱਛਾ ਰਿਸਪੌਂਸ, ਔਰ ਆਈ ਥਿੰਕ ਸੋ ਮੇਰੇ ਲਈ ਅੱਛੀ ਚੀਜ਼ ਲੱਗਦੀ ਔਰ ਸੈਲਫ ਸੈਟਿਸਫੈਕਸ਼ਨ ਹੈ ਮੇਰੇ ਲਈ। ਮੈਨੂੰ ਦੱਸੋ ਰਾਹੁਲ ਜੀ, ਤੁਸੀਂ ਪੜ੍ਹਾਈ ਕਿੱਥੋਂ ਤੱਕ ਕੀਤੀ ਆ ਤੇ ਕਿਹੜੀ ਤੁਸੀਂ ਮਲਟੀ ਜਿਹੜੀ ਕੰਪਨੀ ਸੀ ਜਿਹੜੀ ਤੁਸੀਂ ਛੱਡ ਕੇ ਆਏ ਤੇ ਕਿੰਨੀ ਤਨਖਾਹ ਜਿਹੜੀ ਤੁਹਾਨੂੰ ਆਫਰ ਦਿੱਤੀ ਗਈ ਸੀ ਨਾਲੋਂ? ਸਰ ਰੀਸੈਂਟਲੀ ਤਾਂ ਅਗਰ ਪੜ੍ਹਾਈ ਦੀ ਗੱਲ ਕਰੀਏ ਤਾਂ ਗ੍ਰੈਜੂਏਸ਼ਨ ਕੀਤੀ ਹੈ ਸਰ ਮੈਂ ਬੈਚਲਰ ਆਫ ਪੋਲੀਟੀਕਲ ਸਾਇੰਸ ਐਂਡ ਕੰਪਿਊਟਰ ਸਾਇੰਸ ਦੇ ਨਾਲ, ਔਰ ਸਾਈਕੋਲੋਜੀ ਮੇਰਾ ਇੱਕ ਸਬਜੈਕਟ ਸੀ। ਠੀਕ ਹੈ ਸਰ। ਉਸ ਤੋਂ ਬਾਅਦ ਤਾਂ ਸਰ 5 ਸਾਲ ਮੈਂ ਜੌਬ ਕੀਤਾ ਹੈ MNC ਕੰਪਨੀ ਦੇ ਵਿੱਚ ਗੁੜਗਾਉਂ ਦੇ ਵਿੱਚ। ਲਾਸਟ ਮੈਂ ਸੀ ਪ੍ਰਮੋਟ ਹੋ ਕੇ ਗਿਆ ਸੀ ਉੱਥੇ ਐਜ਼ ਏ ਮੈਨੇਜਰ। ਤੋ ਉਸ ਤੋਂ ਬਾਅਦ ਫਿਰ 5 ਸਾਲ ਦਾ ਐਕਸਪੀਰੀਅੰਸ ਕੰਪਲੀਟ ਕਰਨ ਤੋਂ ਬਾਅਦ ਮੈਂ ਸੋਚਿਆ ਕਿ ਕੁਝ ਆਪਣਾ ਸਟਾਰਟਅਪ ਕੀਤਾ ਜਾਏ, ਔਰ ਸਾਥ ਹੀ ਮੇਰੀ ਫੈਮਿਲੀ ਨੂੰ ਵੀ ਮੇਰਾ ਸਪੋਰਟ ਚਾਹੀਦਾ ਸੀ, ਇਸ ਲਈ ਮੈਂ ਆਪਣੀ ਫੈਮਿਲੀ ਕੋਲ ਵਾਪਸ ਆ ਗਿਆ। ਰਾਹੁਲ ਜੀ ਮੈਨੂੰ ਦੱਸੋ ਵੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਵੀ ਪਰਿਵਾਰ ਵਾਲੇ ਨੇ ਮਨਾ ਨਹੀਂ ਕੀਤਾ ਵੀ ਭਾਈ ਤੁਸੀਂ ਆਪਣੀ ਨੌਕਰੀ ਛੱਡ ਕੇ ਦਾਅ 'ਤੇ ਜਿਹੜੀ ਆ ਭਰਾ ਦੇ ਕੰਮਕਾਰ ਵਾਸਤੇ ਆ ਰਹੇ ਹੋ, ਕਿਉਂਕਿ ਅਸੀਂ ਅਕਸਰ ਦੇਖਦੇ ਵੀ ਪੈਸੇ ਦੀ ਦੌੜ ਮੱਚੀ ਪਈ ਆ, ਹਰ ਕੋਈ ਚਾਹੁੰਦਾ ਵੀ ਮੈਂ ਅੱਗੇ ਨਿਕਲ ਜਾ, ਮੈਂ ਅੱਗੇ ਨਿਕਲ ਜਾ। ਕੀ ਕਹਿਣਾ ਚਾਹੋਗੇ? ਬਿਲਕੁਲ ਭਾਜੀ, ਮੈਂ ਇਹ ਗੱਲ ਕਹਾਂ ਕਿ ਜਦੋਂ ਇਸ ਗੱਲ ਦਾ ਡਿਸੀਜਨ ਮੈਂ ਖੁਦ ਲਿੱਤਾ ਤਾਂ ਮੇਰੀ ਫੈਮਿਲੀ ਇਸ ਚੀਜ਼ 'ਚ ਸਪੋਰਟ ਨਹੀਂ ਸੀ ਕਰਦੇ ਸੇ ਕਿ ਉਹ ਅੱਛੀ ਖਾਸੀ ਜੌਬ ਛੱਡ ਕੇ ਇਸ ਤਰ੍ਹਾਂ ਕਰਨਾ ਔਰ ਨਵਾਂ ਬਿਜ਼ਨਸ ਕਰਨਾ, ਉਹਦੇ 'ਚ ਰਿਸਕ ਦਾ ਫੈਕਟਰ ਬਹੁਤ ਜ਼ਿਆਦਾ ਰਹਿੰਦਾ ਸੀ। ਬਟ ਮੈਨੂੰ ਕੌਨਫੀਡੈਂਸ ਸੀ ਥੋੜ੍ਹਾ ਸਾ, ਔਰ ਰੱਬ 'ਤੇ ਬਹੁਤ ਜ਼ਿਆਦਾ ਭਰੋਸਾ ਸੀ ਇਸ ਚੀਜ਼ 'ਚ ਕਿ ਜੇਕਰ ਮੈਂ ਕੁਝ ਸਟਾਰਟਅਪ ਕਰਾਂਗਾ ਔਰ ਮੇਰਾ ਬਿਲਕੁਲ ਉਹ ਸਕਸੈਸ ਰਹੇਗਾ, ਔਰ ਮਹਾਰਾਜ ਗੁਰੂ ਰਾਮਦਾਸ ਜੀ ਦੀ ਕਿਰਪਾ ਰਹੀ ਇਸ ਚੀਜ਼ 'ਚ, ਔਰ ਮੈਂ ਇਸ ਕੰਮ ਨੂੰ ਸ਼ੁਰੂ ਕੀਤਾ ਔਰ ਅੱਛਾ ਰਿਹਾ ਰਿਸਪੌਂਸ, ਔਰ ਮੇਰਾ ਬ੍ਰਦਰ ਮੇਰੇ ਨਾਲ ਹੈ, ਔਰ ਇਸ ਤੋਂ ਵੱਡਾ ਸਪੋਰਟ ਆਈ ਥਿੰਕ ਸੋ ਹੋਰ ਕੋਈ ਨਹੀਂ ਹੋ ਸਕਦਾ। ਮੈਨੂੰ ਦੱਸੋ ਵੀ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਭੈਣ ਭਰਾ ਬੜੀਆਂ ਗੱਲਾਂ ਕਰਦੇ ਹੁੰਦੇ ਨੇ, ਉਹਨਾਂ ਨੂੰ ਤੁਹਾਨੂੰ ਕੋਈ ਕਿੰਨਾ ਕੁ ਸ਼ਿਕਾਇਤ ਤੱਕ ਜਾਂ ਤਾਣੇ ਮੇਣੇ ਦਿੱਤੇ ਹੋਣਗੇ ਕਿ ਭਾਈ ਤੂੰ ਆਪਣੀ ਨੌਕਰੀ ਛੱਡ ਕੇ ਆ ਗਿਆ ਵਾ, 30,000 ਰੁਪਏ ਪੈ ਗਿਆ ਸੀ, ਚੰਗਾ ਤੈਨੂੰ ਵਧੀਆ ਮਲਟੀਨੈਸ਼ਨਲ ਕੰਪਨੀ ਕੰਮ ਲਿਆ ਸੀ, ਇੱਥੇ ਤੁਸੀਂ ਭਾਂਡੇ ਮਾਂਜਦੇ ਆ, ਕਿੰਨੇ ਲੋਕਾਂ ਨੇ ਤਾਣੇ ਮੇਣੇ ਮਾਰੇ? ਸਰ ਭਾਜੀ ਅਗਰ ਤਾਂ ਮੈਂ ਕਹਾਂ ਕਿ ਅਗਰ ਮੇਰੇ ਕੰਪਨੀ ਪ੍ਰੋਫਾਈਲ ਦੀ ਗੱਲ ਕਰਾਂ, ਉੱਥੇ ਜਿੰਨੇ ਵੀ ਮੇਰੇ ਨਾਲ ਲੋਕ ਸੀ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਕਿ ਅਗਰ ਇੱਕ ਨਵਾਂ ਸਟਾਰਟਅਪ ਕਰ ਰਿਹਾ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੌਬ ਦੀਆਂ ਕੀ ਰਿਸਟ੍ਰਿਕਸ਼ਨਸ ਰਹਿੰਦੀਆਂ ਨੇ। ਔਰ ਅਗਰ ਰਹੀ ਫੈਮਿਲੀ ਦੀ ਗੱਲ ਤਾਂ ਫੈਮਿਲੀ ਓਬਵੀਅਸਲੀ ਸੋਚੇਗੀ ਕਿ ਭਾਈ ਇਤਨਾ ਪੜ੍ਹ ਕੇ ਇੰਨਾ ਕੰਮ ਕਰਨ ਤੋਂ ਬਾਅਦ ਸਡਨਲੀ ਇਸ ਤਰ੍ਹਾਂ ਇੱਕ ਰੇਹੜੀ ਲਗਾਉਣੀ ਜਾਂ ਇੱਦਾਂ ਢਾਬਾ ਸ਼ੁਰੂ ਕਰਨਾ, ਤਾਂ ਨਵਾਂ ਤਾਂ ਚੈਲੰਜਿਸ ਸੀ। ਬਟ ਹੁਣ ਜਦੋਂ ਗਰੋ ਕਰ ਰਹੇ ਹਾਂ ਥੋੜ੍ਹਾ ਔਰ ਅੱਛਾ ਲੱਗ ਰਿਹਾ, ਔਰ ਆਈ ਥਿੰਕ ਸੋ ਫੈਮਿਲੀ ਹੋਰ ਜ਼ਿਆਦਾ ਸਪੋਰਟਿਵ ਰਹਿੰਦੀ, ਔਰ ਰਿਲੇਟਿਵਸ ਤਾਂ ਰੀਸੈਂਟਲੀ ਇੱਕ ਪੋਜ਼ੀਟਿਵ ਵਿਊਜ਼ ਦੇਖ ਰਹੇ ਨੇ। ਪਰ ਕੀ ਕਹਿਣਾ ਚਾਹੋਗੇ? ਅਸੀਂ ਦੇਖਦੇ ਵੀ ਜ਼ਿਆਦਾਤਰ ਭਰਾ ਦਾ ਆਪਸ ਜਿਹੜਾ ਵਾ ਪਿਆਰ ਜਿਹੜਾ ਉਹ ਘਟ ਜਾਂਦਾ ਵਿਆਹ ਤੋਂ ਬਾਅਦ, ਠੀਕ ਹੈ ਨਾ? ਕਿ ਲੱਗਦਾ ਇਹ ਤੁਹਾਡਾ ਜਿਹੜਾ ਪਿਆਰ ਹੈ ਇਸੇ ਤਰ੍ਹਾਂ ਬਰਕਰਾਰ ਰਹੂਗਾ? ਬਾਕੀ ਟੱਚਵੁੱਡ ਕਰਨਾ ਚਾਹਾਂਗਾ, ਔਰ ਗੁਰੂ ਰਾਮਦਾਸ ਅੱਗੇ ਇਹੋ ਹੀ ਅਰਦਾਸ ਕਰਨਾ ਚਾਹਾਂ ਕਿ ਇਹ ਪਰਿਵਾਰ ਸਾਡਾ ਪਿਆਰ ਬਣਿਆ ਰਹੇ ਦੋਨਾਂ ਭਰਾਵਾਂ ਦਾ, ਔਰ ਬੇਸਿਕਲੀ ਸਾਨੂੰ ਇੱਕ ਦੂਜੇ ਦੇ ਉੱਤੇ ਟਰਸਟ ਹੋਣਾ ਚਾਹੀਦਾ, ਹੋਰ ਇਹ ਤੋਂ ਇਲਾਵਾ ਕੁਝ ਵੀ ਨਹੀਂ ਹੈ ਭਾਜੀ। ਹੋਰ ਕਹਿਣਾ ਚਾਹਾਂਗਾ, ਔਰ ਮੇਰਾ ਬ੍ਰਦਰ ਆਈ ਥਿੰਕ ਸੋ ਮੈਨੂੰ ਮੰਨਦਾ ਹੈ ਕਿ ਮੇਰਾ ਭਰਾ ਮੇਰੇ ਬਾਰੇ ਕਦੀ ਬੁਰਾ ਨਹੀਂ ਸੋਚ ਸਕਦਾ, ਇਹੀ ਸੋਚ ਸਾਨੂੰ ਹਮੇਸ਼ਾ ਬਣਾ ਕੇ ਰੱਖਣੀ ਪੈਣੀ, ਔਰ ਆਈ ਥਿੰਕ ਸੋ ਇਹੀ ਗੱਲ ਕਰੀ ਰਾਹੁਲ ਜੀ ਪਰਿਵਾਰ ਵੱਲੋਂ ਕਿੰਨਾ ਸਹਿਯੋਗ ਮਿਲਦਾ ਵਾ ਤੇ ਮੈਨੂੰ ਇਸ ਤੋਂ ਪਰਿਵਾਰ ਨੇ ਕਿੰਨੀ ਸਪੋਰਟ ਕੀਤੀ ਤੁਹਾਡੇ ਦੋਵਾਂ ਭਰਾਵਾਂ ਦੇ ਇਸ ਕੰਮ ਨੂੰ? ਨਹੀਂ ਭਾਜੀ, ਪਹਿਲਾਂ ਤਾਂ ਬਿਨਾਂ ਉਹਨਾਂ ਦੇ ਸਪੋਰਟ ਤੋਂ ਤਾਂ ਇਹ ਕੰਮ ਹੋ ਹੀ ਨਹੀਂ ਸਕਦਾ ਸੀ, ਔਰ ਅਗਰ ਕਹੀਏ ਤਾਂ ਹੁਣ ਵੀ ਕਹੀਏ ਤਾਂ ਅੱਜ ਵੀ ਹੈ ਜੇ ਸਾਰਾ ਕੰਮ ਤਿਆਰ ਕਰਨ ਦੇ ਵਿੱਚ ਜਾਂ ਸਭ ਕੁਝ ਪ੍ਰੈਪਰੇਸ਼ਨ ਕਰਨ ਦੇ ਵਿੱਚ ਫੈਮਿਲੀ ਦਾ ਪੂਰਾ ਸਪੋਰਟ ਰਹਿੰਦਾ। ਆਈ ਥਿੰਕ ਸੋ ਆਪਾਂ ਪੂਰੀ ਫੈਮਿਲੀ ਜੋ ਹੈ
16 ਘੰਟੇ ਪੂਰਾ ਕੰਮ ਹੀ ਕਰਦੇ, ਮਤਲਬ ਸਵੇਰੇ अर्ਲੀ ਮਾਰਨਿੰਗ ਤੋਂ ਉੱਠ ਕੇ ਔਰ ਰਾਤ ਦੇ 10 10:30 ਵਜੇ ਤੱਕ ਲੱਗ ਜਾਂਦਾ ਪੂਰਾ ਟਾਈਮ। ਮੈਨੂੰ ਇਸ ਤੋਂ ਵੀ ਸਵੇਰੇ ਤੁਸੀਂ ਕਿੰਨੇ ਵਜੇ ਆ ਜਾਂਦੇ, ਸ਼ਾਮ ਨੂੰ ਕਿੰਨੇ ਵਜੇ ਜਾਂਦੇ ਹੋ, ਤੇ ਤੁਹਾਡੀ ਜਿਹੜੀ ਇਹ ਤੁਸੀਂ ਰੇਹੜੀ ਲਾਈ ਆ ਇਹਦੇ ਵਿੱਚ ਕੀ ਸਮਾਨ ਬਣਦਾ ਜਿਹੜਾ ਤੁਸੀਂ ਲੋਕਾਂ ਨੂੰ ਖਵਾਉਂਦੇ ਜੇ? ਹਾਂਜੀ ਭਾਜੀ, ਤਾਂ ਅਗਰ ਆਪਾਂ ਆਪਣੇ ਡੇਲੀ ਸ਼ਡਿਊਲ ਦੀ ਗੱਲ ਕਰੀਏ ਤਾਂ ਸਰ ਸਭ ਤੋਂ ਪਹਿਲਾਂ ਤਾਂ ਸਵੇਰੇ ਆਪਾਂ 7 ਵਜੇ 7:15 ਵਜੇ ਤੱਕ ਇੱਥੇ ਆ ਜਾਂਦੇ ਹਾਂ ਔਰ ਪ੍ਰੈਪਰੇਸ਼ਨ ਜੋ ਰਹਿੰਦੀ ਆ ਉਹ 8:30 ਵਜੇ ਤੱਕ ਤਿਆਰ ਹੋ ਜਾਂਦਾ, ਠੀਕ ਹੈ। ਤੇ ਉਸ ਤੋਂ ਇਲਾਵਾ ਆਪਾਂ ਇੱਥੇ ਜੋ ਪਰੌਂਠੇ ਰਹਿੰਦੇ ਆ ਸਾਡੇ ਕੋਲ, ਆਲੂ ਵਾਲਾ ਪਰੌਂਠਾ, ਗੋਭੀ ਵਾਲਾ ਪਰੌਂਠਾ, ਪਨੀਰ ਦਾ ਪਰੌਂਠਾ ਔਰ ਪਿਆਜ਼ ਦਾ ਪਰੌਂਠਾ ਰਹਿੰਦਾ ਹੈ ਸਰ। ਉਹਦੇ ਤੋਂ ਇਲਾਵਾ ਨਾਲ ਚਨੇ ਰਹਿੰਦੇ ਆ ਸਰ, ਚਟਨੀ ਰਹਿੰਦੀ ਹੈ। ਠੀਕ ਹੈ। ਤੇ ਮੈਨੂੰ ਦੱਸੋ ਵੀ ਇਹ ਜਿਹੜਾ ਤੁਸੀਂ ਪਰੌਂਠੇ ਬਣਾਉਣੇ ਸਿੱਖੇ ਆ ਜਾਂ ਪਹਿਲੋਂ ਕਿ ਜਾਂ ਤੁਹਾਨੂੰ ਆਉਂਦੇ ਸੀ ਇਹ ਪਰੌਂਠੇ ਬਣਾਉਣੇ ਜਿਹੜਾ ਇਹ ਚੀਜ਼? ਭਾਜੀ ਇਸ ਬਾਰੇ ਮੈਂ ਕਹਾਂਗਾ ਕਿ ਮੇਰਾ ਜੋ ਬ੍ਰਦਰ ਹੈ ਉਹ ਪਿਛਲੇ 10 ਸਾਲਾਂ ਤੋਂ ਹੀ ਆਪਣੇ ਮਾਮਾ ਜੀ ਦੇ ਨਾਲ ਇਹ ਕੰਮ ਕਰ ਰਿਹਾ ਸੀ, ਤਾਂ ਉਸ ਤਾਂ ਇਸ ਚੀਜ਼ 'ਚ ਕਾਫੀ ਜ਼ਿਆਦਾ ਐਕਸਪਰਟ ਹੈ। ਆਈ ਥਿੰਕ ਸੋ ਉਸਨੇ ਪੰਜਾਬ ਤੋਂ ਬਾਹਰ ਜਾ ਕੇ ਵੀ ਬਹੁਤ ਜ਼ਿਆਦਾ ਕੰਮ ਕੀਤਾ, ਬਟ ਅੰਡਰ ਕਿਸੇ ਦੇ ਕੰਮ ਕਰ ਰਿਹਾ ਸੀ, ਇਹ ਉਹ ਅਲੱਗ ਚੀਜ਼ ਸੀ। ਬਟ ਹੁਣ ਆਪਣੇ ਜੇ ਕਰ ਰਿਹਾ ਉਹ ਇੰਪਲੀਮੈਂਟ ਕਰ ਰਿਹਾ, ਔਰ ਪਰੌਂਠੇ ਉਹਨੇ ਵੀ ਫਸਟ ਟਾਈਮ ਹੀ ਕੀਤੇ ਹੋ ਐਂਡ ਬਾਕੀ ਮੰਮੀ ਦਾ ਟੇਸਟ ਕੀਤਾ ਸੀ, ਉਸ ਤੋਂ ਇਲਾਵਾ ਤਾਂ ਕੁਝ ਨਹੀਂ ਸੀ ਭਾਜੀ। ਤੇ ਰਾਹੁਲ ਜੀ ਇਹ ਗੱਲ ਕਰੀਏ ਸਟੈਂਡ ਦੀ, ਕਿਉਂਕਿ ਹਰ ਕਿਸੇ ਦਾ ਸੁਪਨਾ ਹੁੰਦਾ ਕੋਈ ਨਾ ਕੋਈ, ਤੁਸੀਂ ਕੋਈ ਸੁਪਨਾ ਲਿਆ ਹੋਊਗਾ ਜ਼ਿੰਦਗੀ 'ਚ ਬਾਹਰ ਜਾਣ ਦਾ ਜਾਂ ਚੰਗੀ ਜੌਬ ਕਰਨ ਦਾ, ਕੀ ਲੱਗਦਾ ਵੀ ਉਹ ਸਾਰੇ ਸੁਪਨੇ ਜਾਂ ਚੱਕਣਾ ਚੂਰ ਹੋ ਗਏ ਜਾਂ ਕਿ ਦੁਬਾਰਾ ਤੋਂ ਜਿਹੜਾ ਤੁਸੀਂ ਸੁਪਨਾ ਨਵਾਂ ਲਓਗੇ? ਨਹੀਂ ਭਾਜੀ, ਮੈਂ ਆਈ ਥਿੰਕ ਸੋ ਜਿੰਨੀ ਸਟੱਡੀ ਕੀਤੀ ਜਾਂ ਸਟੱਡੀ ਦੇ ਅਕੋਰਡਿੰਗ ਮੈਂ ਕੰਮ ਨੂੰ ਇੱਕ ਸਟੱਡੀ ਨੂੰ ਇਹੋ ਹੀ ਮੰਨਦਾ ਕਿ ਆਪਾਂ ਇੱਕ ਟਾਈਮ 'ਤੇ ਕਿਸ ਤਰ੍ਹਾਂ ਦਾ ਫੇਸ ਕਰੀਏ ਜਿੱਥੇ ਆਪਾਂ ਸੈਟਿਸਫੈਕਸ਼ਨ ਫੀਲ ਕਰ ਸਕੀਏ ਸਰ। ਔਰ ਮੈਨੂੰ ਲੱਗਦਾ ਕਿ ਆਪਣੇ ਕੰਮ ਤੋਂ ਇਲਾਵਾ ਤੁਹਾਨੂੰ ਕਦੀ ਵੀ ਸੈਟਿਸਫੈਕਸ਼ਨ ਨਹੀਂ ਮਿਲ ਸਕਦੀ। ਅਗਰ ਤੁਸੀਂ ਬਾਹਰ ਵੀ ਜਾਂਦੇ ਹੋ ਤਾਂ ਤੁਹਾਨੂੰ ਕਿਸੇ ਦੇ ਅੰਡਰ ਹੀ ਕੰਮ ਕਰਨਾ ਪਏਗਾ, ਜਾਂ ਕਿਤੇ ਤੁਸੀਂ ਟੈਕਸੀ ਚਲਾਉਂਦੇ ਹੋ ਉਹ ਵੀ ਤੁਹਾਨੂੰ ਕਿਸੇ ਦੇ ਅੰਡਰ ਕੰਮ ਕਰਨਾ ਪਏਗਾ। ਬਟ ਦ ਥਿੰਗ ਇਜ਼ ਡੈਟ ਅਗਰ ਤੁਸੀਂ ਆਪਣਾ ਇੱਕ ਨਵਾਂ ਸਟਾਰਟਅਪ ਕਰਦੇ ਹੋ, ਯੂ ਕੈਨ ਇੰਪਲੀਮੈਂਟ ਆਪਣੇ ਥਾਟਸ ਨੂੰ ਆਪਾਂ ਇੰਪਲੀਮੈਂਟ ਕਰ ਸਕਦੇ ਹਾਂ, ਕੁਝ ਨਵਾਂ ਕ੍ਰੀਏਟ ਕਰ ਸਕਦੇ ਹਾਂ ਆਪਾਂ। ਤੋ ਇਸੇ ਸੋਚ ਦੇ ਨਾਲ ਔਰ ਆਈ ਜਸਟ ਮੇਰਾ ਪਰਸਨਲ ਡਿਸੀਜਨ ਸੀ ਔਰ ਮੈਨੂੰ ਸੈਟਿਸਫੈਕਸ਼ਨ ਹੈ ਇਸ ਕੰਮ ਤੋਂ। ਰਾਹੁਲ ਜੀ ਵੀ ਮੈਨੂੰ ਦੱਸੋ ਵੀ ਜਿਹੜੇ ਨੌਜਵਾਨ ਨੇ 20-20 ਲੱਖ ਰੁਪਇਆ ਲਾ ਕੇ ਕੈਨੇਡਾ ਅਮਰੀਕਾ ਜਾ ਰਹੇ ਨੇ, ਉੱਥੇ ਜਾ ਕੇ ਵੀ ਦਿਹਾੜੀ ਕਰਦੇ ਨੇ, ਇੱਥੇ ਕਹਿੰਦੇ ਸਾਨੂੰ ਸ਼ਰਮ ਆਉਂਦੀ ਆ, ਅਸੀਂ ਇਸ ਤਰ੍ਹਾਂ ਦੇ ਕੰਮ ਨਹੀਂ ਕਰ ਸਕਦੇ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੋਗੇ? ਭਾਜੀ ਬਿਲਕੁਲ, ਤਾਂ ਮੈਂ ਉਹੀ ਕਹਿਣਾ ਚਾਹਾਂਗਾ ਕਿ ਇਸੇ ਸੋਚ ਨੂੰ ਬਦਲਣ ਲਈ ਵੀ ਥੋੜਾ ਜਿਹਾ ਇੱਕ ਥਾਟ ਸੀ ਕਿ ਮਾਈਂਡ 'ਤੇ ਕਿ ਇੱਕ ਟਾਈਮ ਸੀ ਕਿ ਮੈਨੂੰ ਵੀ ਇਹ ਲੱਗਦਾ ਸੀ ਕਿ ਬਾਹਰ ਚਲੇ ਜਾਣਾ ਚਾਹੀਦਾ, ਬਟ ਅਚਾਨਕ ਆਈ ਥਿੰਕ ਸੋ ਮੈਂ ਬਹੁਤ ਜ਼ਿਆਦਾ ਕੰਮ ਦੇ ਫੋਕਸ ਰਿਹਾ ਔਰ ਥੋੜਾ ਜਿਹਾ ਫੈਮਿਲੀ ਦੇ ਨਾਲ ਸਪੋਰਟ ਸੀ। ਔਰ ਆਈ ਥਿੰਕ ਸੋ ਜੇ ਆਪਾਂ ਉੱਥੇ ਜਾ ਕੇ ਕੰਮ ਕਰ ਸਕਦੇ ਤਾਂ ਸਾਨੂੰ ਇੱਥੇ ਕਰਨ 'ਚ ਕੀ ਸ਼ਰਮ ਹੈ, ਔਰ ਮਿਹਨਤ ਕਰਨ 'ਚ ਤਾਂ ਕਦੀ ਸ਼ਰਮ ਹੋਣੀ ਨਹੀਂ ਚਾਹੀਦੀ ਭਾਜੀ। ਗੱਲ ਕਰੀਏ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਣੇ ਵੱਲੋਂ? ਤੁਸੀਂ ਦੋਵੇਂ ਭਰਾ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ? ਬਿਲਕੁਲ ਭਾਜੀ, ਮੈਂ ਇਹੋ ਹੀ ਕਹਿਣਾ ਚਾਹੁੰਦਾ ਕਿ ਮਿਹਨਤ ਕਰਨੀ ਚਾਹੀਦੀ ਹੈ, ਔਰ ਮਿਹਨਤ ਔਰ ਆਪਣੇ ਪਰਿਵਾਰ ਤੋਂ ਉੱਪਰ ਔਰ ਇਮੋਸ਼ਨਸ ਦੀ ਸਭ ਤੋਂ ਜ਼ਿਆਦਾ ਵੈਲਿਊ ਹੋਣਾ। ਪੈਸਾ ਕਮਾਉਣਾ ਕੋਈ ਏਡੀ ਵੱਡੀ ਗੱਲ ਨਹੀਂ ਹੈ ਭਾਜੀ, ਬਹੁਤ ਸਾਰੇ ਲੋਕ ਬਹੁਤ ਤਰੀਕਿਆਂ ਨਾਲ ਪੈਸਾ ਕਮਾ ਲੈਂਦੇ ਨੇ, ਬਟ ਮਿਹਨਤ ਨਾਲ ਕਰੋ ਔਰ ਮਿਹਨਤ ਨਾਲ ਵੀ ਬਹੁਤ ਜ਼ਿਆਦਾ ਤੁਹਾਨੂੰ ਤਰੱਕੀ ਰੱਬ ਬਖਸ਼ੇਗਾ। ਔਰ ਆਪਣੇ ਪਰਮਾਤਮਾ 'ਤੇ ਭਰੋਸਾ ਰੱਖੋ ਔਰ ਪਰਿਵਾਰ ਦਾ ਪਿਆਰ ਬਣਾ ਕੇ ਰੱਖਣਾ ਚਾਹੀਦਾ। ਤੇ ਮੈਨੂੰ ਦੱਸੋ ਰਾਹੁਲ, ਲਾਸਟ ਸਵਾਲ ਮੇਰਾ ਜੀ, ਤੁਸੀਂ ਰਾਮ ਰਸੋਈ ਨਾਂ ਰੱਖਿਆ ਵਾ, ਇਹ ਕਿਸ ਤਰ੍ਹਾਂ ਜਹਨ ਜੈ ਵੀ ਰਾਮ ਰਸੋਈ ਨਾਂ ਰੱਖਿਆ ਜਾਵੇ ਇਹਦਾ? ਭਾਜੀ ਇਸ ਪਿੱਛੇ ਵੀ ਬਹੁਤ ਕਹਿ ਸਕਦੇ ਕਿ ਇਨਸੀਡੈਂਟ ਹੈ ਮੇਰੀ ਲਾਈਫ 'ਚ, ਜਿਸ ਨੂੰ ਮੈਂ ਆਈ ਥਿੰਕ ਸੋ ਬਹੁਤ ਅੱਛਾ ਸਮਝਦਾ ਹਾਂ। ਮੋਸਟਲੀ ਆਪ ਸਾਰਿਆਂ ਨੇ ਰਾਮਾਇਣ ਤਾਂ ਦੇਖੀ ਹੀ ਹੈ, ਤਾਂ ਰਾਮਾਇਣ ਦੇ ਵਿੱਚ ਜਦੋਂ ਵੀ ਤੁਸੀਂ ਦੇਖੋਗੇ ਇੱਕ ਇਨਸੀਡੈਂਟ ਆਉਂਦਾ ਹੈ ਜਿਸ ਸਮੇਂ ਉਹਨਾਂ ਨੇ ਇੱਕ ਬ੍ਰਿਜ ਕ੍ਰੀਏਟ ਕਰਨਾ ਹੁੰਦਾ ਰਾਮ ਸੇਤੂ, ਔਰ ਰਾਮ ਸੇਤੂ ਬਣਾਉਣ ਵਾਸਤੇ ਉਹਨਾਂ ਨੂੰ ਪੱਥਰ ਲਗਾਉਣੇ ਪੈਂਦੇ, ਔਰ ਪੱਥਰ ਤੈਰਨ ਵਾਸਤੇ ਉਹ ਇੱਕ ਰਾਮ ਦਾ ਨਾਮ ਯੂਜ਼ ਕਰਦੇ ਨੇ। ਉਸ ਰਾਮ ਦੇ ਨਾਮ ਦੇ ਨਾਲ ਜੇ ਅਗਰ ਪੱਥਰ ਤਰ ਜਾਂਦੇ ਆ ਤਾਂ ਮੇਰਾ ਵੀ ਇਹੀ ਕਨਸੈਪਟ ਸੀ ਔਰ ਮੇਰਾ ਵਿਸ਼ਵਾਸ ਸੀ ਕਿ ਅਗਰ ਆਪਾਂ ਵੀ ਤਾਂ ਇੱਕ ਤਰ੍ਹਾਂ ਦੇ ਪੱਥਰ ਹੀ ਹਾਂ, ਜੇ ਰਾਮ ਦਾ ਨਾਮ ਜੁੜ ਜਾਂਦਾ ਹੈ ਇਸ ਉੱਪਰ ਤਾਂ ਆਪਾਂ ਵੀ ਤਰ ਜਾਵਾਂਗੇ। ਔਰ ਆਈ ਥਿੰਕ ਸੋ ਉਹ ਚੀਜ਼ ਸੱਚ ਹੋਈ ਔਰ ਇਟਸ ਸੈਟ ਅ ਐਗਜ਼ਾਮਪਲ ਟੂ ਦ ਪੀਪਲਸ ਕਿ ਯਾਰ ਐਸੀ ਚੀਜ਼ਾਂ ਹੁੰਦੀਆਂ ਲਾਈਫ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਿਆ ਸੀ ਇਹ ਸੀ ਗੱਲਬਾਤ ਕੀਤੀ ਰਾਹੁਲ ਦੇ ਨਾਲ, ਜਿਹਨੇ ਕਿ ਆਪਣੀ 30,000 ਦੀ ਜਿਹੜੀ ਨੌਕਰੀ ਛੱਡ ਕੇ ਮਲਟੀਨੈਸ਼ਨਲ ਕੰਪਨੀ ਵਿੱਚ ਇਹ ਕੰਮ ਕਰਦਾ ਸੀ। ਨੌਕਰੀ ਛੱਡ ਕੇ ਆਪਣੇ ਭਰਾ ਦਾ ਜਿਹੜਾ ਕਾਰੋਬਾਰ ਸੈੱਟ ਕਰਨਾ ਸੀ, ਰੇਹੜੀ ਲਗਾ ਰਿਹਾ ਸੀ ਉਹ ਆਲੂ ਦੇ ਪਰੌਂਠਿਆਂ ਦੀ, ਤੇ ਉਸ ਦੇ ਨਾਲ ਮਦਦ ਕੀਤੀ ਗਈ, ਪੂਰੀ ਹੈਲਪ ਕੀਤੀ ਗਈ। ਜਿੱਥੇ ਅੱਜ ਦੇ ਜ਼ਮਾਨੇ 'ਚ ਕਿਹਾ ਜਾਂਦਾ ਵੀ ਖੂਨ ਜਿਹੜਾ ਸਫੇਦ ਹੋ ਗਿਆ ਆਪਣਿਆਂ ਦਾ ਹੀ, ਜਿੱਥੇ ਭਰਾ ਦਾ ਵੈਰੀ ਹੋਇਆ ਵਾ, ਉੱਥੇ ਹੀ ਇਹ ਜਿਹੜੇ ਭਰਾ ਦੋਵੇਂ ਨੇ ਲੋਕਾਂ ਵਾਸਤੇ ਮਿਸਾਲ ਬਣੇ ਪਏ ਨੇ। ਲੋਕ ਸੋਹਾਂ ਖਾ ਰਹੇ ਨੇ, ਕਸਮਾਂ ਖਾ ਰਹੇ ਇਹਨਾਂ ਭਰਾਵਾਂ ਦੀ ਯਾਰੀ ਦੇ। ਗੱਲਬਾਤ ਕਰਾਂਗੇ ਛੋਟੇ ਵੀਰ ਦੇ ਨਾਲ ਹੀ, ਕੀ ਕਹਿਣਾ ਚਾਹੋਗੇ ਵੱਡੇ ਵੀਰ ਦਾ ਜਿਹੜੀ ਆ ਨੌਕਰੀ ਛੱਡ ਦਿੱਤੀ ਆਪਣੀ 30,000 ਦੀ ਮਲਟੀਨੈਸ਼ਨਲ ਕੰਪਨੀ 'ਚ, ਅੱਜ ਤੁਹਾਡੇ ਨਾਲ ਇੱਥੇ ਇੰਨਾ ਪੜ੍ਹ ਲਿਖ ਕੇ ਜਿਹੜਾ ਉਹ ਭਾਂਡੇ ਮਾਜ ਰਿਹਾ ਵਾ, ਕੀ ਕਹਿਣਾ ਚਾਹੋਗੇ? ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਜੀ ਪਹਿਲਾਂ। ਤੇ ਭਾਜੀ ਬੜੀ ਵੱਡੀ ਗੱਲ ਹੈ ਤੇ ਕਿ ਕੋਈ ਖਾਡੀ ਕੁਰਬਾਨੀਆਂ ਦਿੰਦੇ ਆ ਜੀ ਇੱਦਾਂ ਦੇ। ਮੇਰਾ ਵੀਰ ਹੈ ਕਿ ਮਤਲਬ ਕਿ ਜਿਹੜਾ ਕੁਰਬਾਨੀ ਕਰਦਾ ਜੀ ਏਡੀ ਵੱਡੀ, ਤੇ ਬੜਾ ਵਧੀਆ ਲੱਗਦਾ ਭਾਈ ਕਿ ਆਪਣੀ ਜੋਬ ਛੱਡ ਕੇ ਤੇ ਮੈਨੂੰ ਸੈੱਟ ਕਰਨਾ ਚਾਹੁੰਦਾ ਉਹ। ਤੇ ਇਹੋ ਹੀ ਮੈਸੇਜ ਹੈ ਕਿ ਸਿੱਖਣਾ ਚਾਹੀਦਾ ਲੋਕਾਂ ਨੂੰ ਕਿ ਇੱਕ ਤੋਂ ਭਰਾਵਾਂ ਵੱਲੋਂ ਵੇਖ ਕੇ ਮਤਲਬ ਕਿ ਜੁੜਨਾ ਚਾਹੀਦਾ, ਮਤਲਬ ਕਿ ਵਿਛੜਨਾ ਨਹੀਂ ਚਾਹੀਦਾ। ਇਹੋ ਹੀ ਭਾਜੀ ਬਹੁਤ ਅੱਛਾ ਲੱਗਦਾ ਜੀ। ਪਰ ਆਹੋ ਜੀ ਗੱਲ ਕਰੀ ਅੱਜ ਕੱਲ੍ਹ ਦੇ ਲੋਕਾਂ ਦੀ, ਅੱਜ ਕੱਲ੍ਹ ਜਿੱਥੇ ਕਿ ਭਰਾ ਦਾ ਵੈਰੀ ਬਣਿਆ ਪਿਆ, ਕਹਿੰਦੇ ਖੂਨ ਸਫੇਦ ਹੋ ਗਿਆ ਵਾ, ਜ਼ਮੀਨਾਂ ਪਿੱਛੇ ਕਤਲ ਕਰ ਰਹੇ ਨੇ ਭਰਾ, ਠੀਕ ਹੈ ਨਾ। ਉੱਥੇ ਤੁਹਾਡੇ ਭਰਾ ਨੇ ਇੱਕ ਮਿਸਾਲ ਦਿੱਤੀ ਆ, ਕੀ ਸੁਨੇਹਾ ਦੇਣਾ ਚਾਹੋਗੇ ਲੋਕਾਂ ਨੂੰ? ਭਾਈ ਇਹੋ ਮੈਸੇਜ ਹੈਗਾ ਲੋਕਾਂ ਨੂੰ ਕਿ ਸਾਡੇ ਵੱਲ ਵੇਖ ਕੇ ਸਿੱਖਣਾ ਚਾਹੀਦਾ। ਮੇਰੇ ਹਿਸਾਬ ਨਾਲ ਤੇ ਲੋਕਾਂ ਨੂੰ ਕਿ ਇਹੋ ਮੈਸੇਜ ਹੈ ਕਿ ਸਾਡੇ ਤੋਂ ਵੇਖੋ ਤੇ ਸਿੱਖੋ ਤੇ ਜੁੜੋ।
ਦੋਵਾਂ ਦੇ ਭਰਾਵਾਂ ਦੇ ਨਾਲ ਜੁੜੋ ਤੇ ਬੜਾ ਅੱਛਾ ਲੱਗਦਾ ਭਾਈ, ਪਰਿਵਾਰ ਦੇ ਨਾਲ ਕੰਮ ਕਰੋ, ਬੜਾ ਅੱਛਾ ਜੀ। ਕੀ ਲੱਗਦਾ ਵੀ ਇਹ ਜਿਹੜਾ ਪਿਆਰ ਇਸੇ ਤਰ੍ਹਾਂ ਬਰਕਰਾਰ ਰਹੇਗਾ? ਅਸੀਂ ਦੇਖਦੇ ਵੀ ਜਦੋਂ ਵਿਆਹ ਜਾਂਦੇ ਨੇ ਇਹ ਜਿਹੜਾ ਪਿਆਰ 'ਚ ਫਰਕ ਪੈ ਜਾਂਦਾ, ਜੇ ਜਨਾਨੀ ਆ ਜਾਂਦੀਆਂ ਵਾ, ਕੀ ਲੱਗਦਾ ਤੁਹਾਡਾ ਜਿਹੜਾ ਪਿਆਰ ਇਸੇ ਤਰ੍ਹਾਂ ਕਰੂਗਾ? ਭਾਈ ਇਹ ਸਾਡੀ ਤੇ ਮਹਾਰਾਜ ਅੱਗੇ ਇਹੀ ਬੇਨਤੀ ਹੈ ਕਿ ਕਿਰਪਾ ਕਰ ਮਾਲਕਾ, ਇਦਾਂ ਹੀ ਅਸੀਂ ਜੁੜੇ ਰਹੀਏ ਤੇ ਇਕੱਠੇ ਰਹੀਏ ਤੇ ਪਰਿਵਾਰ ਦੇ ਨਾਲ ਰਹੀਏ ਤੇ ਜ਼ਿਆਦਾ ਵਧੀਆ ਭਾਜੀ ਸਾਡੇ ਗੱਲ ਵਾਸਤੇ। ਕਰੀਏ ਪਰਿਵਾਰ ਦੀ ਕਿੰਨੀ ਸਪੋਰਟ ਹੈ, ਮੰਮੀ ਪਾਪਾ ਦੀ ਜਾਂ ਭੈਣ ਭਰਾ ਰਿਸ਼ਤੇਦਾਰ ਦੀ ਕਿੰਨੀ ਸਪੋਰਟ ਕਰਦੇ ਨੇ ਤੁਹਾਨੂੰ ਦੋਵੇਂ ਭਰਾਵਾਂ ਜਿਹੜਾ ਤੁਸੀਂ ਕੰਮ ਕਰ ਰਹੇ ਹੋ? ਹਾਂਜੀ ਭਾਈ ਬਹੁਤ ਜ਼ਿਆਦਾ ਸਾਨੂੰ ਫੈਮਿਲੀ ਦੀ ਜ਼ਿਆਦਾ ਸਪੋਰਟ ਹੈਗੀ। ਸਾਡੀ ਮੰਮੀ ਡੈਡੀ ਤੇ ਹੈ, ਸਾਡੀ ਇੱਕ ਸਿਸਟਰ ਹੈ ਵੱਡੀ ਜੀ, ਉਹਨਾਂ ਦੀ ਵੀ ਬੜੀ ਸਪੋਰਟ ਹੈ। ਸਾਡੀਆਂ 2 ਮਾਸੀਆਂ ਜੀ, ਇੱਕ ਮੇਤੇ ਰਹਿੰਦੇ ਇੱਕ ਬਟਾਲੇ, ਸਾਨੂੰ ਉਹਨਾਂ ਦੀ ਬੜੀ ਸਪੋਰਟ ਹੈ ਜੀ। ਬੜਾ ਆਸ਼ੀਰਵਾਦ ਹੈ ਜੀ ਉਹਨਾਂ ਦਾ ਸਾਡੇ ਤੇ ਬੜਾ ਅੱਛਾ ਲੱਗਦਾ ਜਦੋਂ ਕੋਈ ਵੱਡੇ ਸਾਨੂੰ ਇੱਦਾਂ ਕਹਿੰਦੇ ਆ ਜੀ ਕੋਈ ਗੱਲ ਨਹੀਂ ਪੁੱਤਰ, ਕਰੋ ਕੰਮ ਤੁਸੀਂ, ਅਸੀਂ ਤੁਹਾਡੇ ਨਾਲ ਆ। ਪਸਾਰ ਕਦੀ ਮਨ 'ਚ ਨਹੀਂ ਇਹ ਜੀ ਨਾਰਾਜ਼ਗੀ ਆਉਂਦੀ ਵੀ ਭਰਾ ਇਹਨਾਂ ਪੜ੍ਹ ਲਿਖ ਕੇ ਅੱਜ ਤੁਹਾਡੇ ਨਾਲ ਰੇਹੜੀ ਦੇ ਭਾਂਡੇ ਮਾਂਜ ਜਾਂਦੇ ਵਾ, ਇਹਨੇ ਕਿਤੇ ਦਫ਼ਤਰ 'ਚ ਬਹਿਣਾ ਸੀ, ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦਾ ਅਗਲਾ, 30,000 ਰੁਪਏ ਸੈਲਰੀ ਲੈਂਦਾ ਸੀ, ਕਿਤੇ ਮਨ 'ਚ ਨਾਰਾਜ਼ਗੀ ਨਹੀਂ, ਦੁੱਖ ਨਹੀਂ ਲੱਗਦਾ ਚੀਜ਼ ਨੂੰ? ਨਹੀਂ ਭਾਈ ਕੋਈ ਦੁੱਖ ਨਹੀਂ ਹੈ, ਚੀਜ਼ ਮੇਰੇ ਹਿਸਾਬ ਨਾਲ ਟਾਈਮ ਭਾਜੀ ਇਹ ਵੀ ਵੇਖਣਾ ਚਾਹੀਦਾ। ਜੇ ਚੰਗਾ ਟਾਈਮ ਜਾਂ ਮਾੜਾ ਟਾਈਮ ਬੰਦੇ ਨੇ ਵੇਖਿਆ ਜ਼ਿੰਦਗੀ, ਕਦੀ ਬੰਦਾ ਧੋਖਾ ਨਹੀਂ ਖਾਏਗਾ। ਚੰਗਾ ਮਾੜਾ ਟਾਈਮ ਵੇਖਣਾ ਚਾਹੀਦਾ। ਜੇ ਅੱਜ ਮਾਰੇ ਤਰੱਕੀ ਕਰੇਗਾ, ਦੁਕਾਨ ਬਖਸ਼ੇਗਾ ਸਾਨੂੰ, ਤੇ ਫਿਰ ਕੁਰਸੀ ਤੇ ਪਾ ਦਾਂਗੇ ਇਹਨੂੰ, ਮਾਰੇ ਕਿਰਪਾ ਕਰਕੇ ਤੇ ਫਿਰ ਕੁਰਸੀ ਤੇ ਪਾ ਦਾਂਗੇ ਭਾਜੀ। ਕੀ ਲੱਗਦਾ ਤੁਹਾਨੂੰ ਸਾਰੀ ਉਮਰ ਇਹ ਯਾਦ ਰਹੂਗਾ ਕਿ ਤੁਹਾਡੇ ਭਰਾ ਨੇ ਤੁਹਾਡੇ ਕਰਕੇ ਜਿਹੜੀ ਆਪਣੇ ਕੰਮਕਾਰ ਦੀ ਜਿਹੜੀ ਆ ਨੌਕਰੀ ਜਿਹੜੀ ਆ ਬਲਿਦਾਨ ਕਰਤੀ, ਕਹਿ ਲਓ ਵੀ ਕੁਰਬਾਨ ਕਰਤੀ ਆ, ਦਾਤ ਲਾਤੀ ਆ? ਕੀ ਲੱਗਦਾ ਤੁਹਾਨੂੰ ਸਾਰੀ ਉਮਰ ਯਾਦ ਰਹੂਗਾ? ਬਿਲਕੁਲ ਭਾਜੀ, ਮੇਰੇ ਹਿਸਾਬ ਨਾਲ ਤਾਂ ਰਹਿਣਾ ਚਾਹੀਦਾ, ਮਰਦੇ ਦਮ ਤੱਕ ਰਹਿਣਾ ਚਾਹੀਦਾ ਭਾਈ ਬੰਦੇ ਨੂੰ, ਕਿ ਜੇ ਕੋਈ ਕਿਸੇ ਵਾਸਤੇ ਵੈਸੇ ਵੀ ਕੁਰਬਾਨੀ ਕਰਦਾ ਨਾ, ਕੋਈ ਕਰਦਾ ਤੇ ਮੇਰੇ ਹਿਸਾਬ ਨਾਲ ਯਾਦ ਰੱਖਣਾ ਚਾਹੀਦਾ। ਬਿਲਕੁਲ ਜੀ ਯਾਦ ਰੱਖਾਂਗੇ ਭਾਜੀ, ਰੱਖਣੇ ਵਾਲੀ। ਸੁਪਨਾ ਕੀ ਆ ਹੁਣ? ਰੇਹੜੀ ਸ਼ੁਰੂਆਤ ਕੀਤੀ ਸੀ ਆਲੂ ਦੇ ਪਰੌਂਠਿਆਂ ਦੀ, ਅਗਲਾ ਕੀ ਗਾ ਸੁਪਨਾ ਕੀ ਰੱਖਿਆ ਹੁਣ ਸਾਗਰ ਨੇ ਤੇ ਰਾਹੁਲ ਨੇ, ਕੀ ਕੰਮ ਕਰਨਾ ਗਿਆ? ਭਾਜੀ ਹੁਣ ਇਹ ਹੀ ਜਦੋਂ ਮਾਰੇ ਕਿਰਪਾ ਕਰੇਗਾ ਕਿ ਦੁਕਾਨ ਵਾਲੇ ਸੋਚਿਆ ਹੈ ਕਿ ਦੁਕਾਨ ਤੋਂ ਲੈ ਕੇ ਥੋੜਾ ਬਿਜ਼ਨਸ ਆਪਣਾ ਵਧਾਵਾਂਗੇ ਤੇ ਤਰੱਕੀ ਮਾਰੇ ਬਖਸ਼ੇਗਾ ਤੇ ਵਧੀਆ ਜੀ। ਤੇ ਗੱਲ ਕਰੀਏ ਸਾਗਰ, ਅਸੀਂ ਦੇਖਦੇ ਵੀ ਜਿੱਥੇ ਪਰੌਂਠੇ ਅੱਜ ਕੱਲ੍ਹ ਬੜੇ ਲੋਕੀ ਮਹਿੰਗੇ ਲਾ ਰਹੇ ਨੇ, ਤੁਸੀਂ ਸਿਰਫ 15 ਰੁਪਏ ਦਾ ਪਰੌਂਠਾ ਰੱਖਿਆ ਵਾ, ਕੀ ਲੱਗਦਾ ਵੀ ਇਸ 15 ਰੁਪਏ ਦੇ ਨਾਲ ਤੁਹਾਡਾ ਜਿਹੜਾ ਰੋਜੀ ਰੋਟੀ ਚੱਲ ਜੂਗੀ ਸਹੀ? ਭਾਜੀ ਬੜਾ ਵਧੀਆ ਮਹਾਰਾਜ ਦੀ ਕਿਰਪਾ ਨਾਲ ਚੱਲੀ ਜਾਂਦਾ ਜੀ, ਤੇ ਚੱਲਣਾ ਹੀ ਚਾਹੀਦਾ ਇਦਾਂ ਕਿ ਗਰੀਬ ਕਿਸੇ ਦਾ ਢਿੱਡ ਭਰੇ, ਤਾਂ ਕਰਕੇ ਭਾਈ ਜੈਨੂਇਨ ਜਿਹਾ ਰੇਟ ਰੱਖਿਆ ਹੈ ਕਿ ਹਰ ਬੰਦਾ ਖਾ ਸਕੇ। ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ। ਇਹ ਸੀ ਗੱਲਬਾਤ ਕੀਤੀ ਉਸ ਸਾਗਰ ਜਿਹੜਾ ਕਿ ਨੌਜਵਾਨ ਆ, ਇਸ ਦੇ ਭਰਾ ਵੱਲੋਂ ਰਾਹੁਲ ਜਿਹੜਾ ਕਿ ਉਸਨੇ ਸਪੋਰਟ ਕੀਤੀ ਆਪਣੇ ਭਰਾ ਨੂੰ, ਆਪਣੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਜਿਹੜਾ ਉਸਦਾ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਗਿਆ। ਤੁਸੀਂ ਦੇਖਿਆ ਵੀ ਜਿੱਥੇ ਅੱਜ ਕੱਲ੍ਹ ਕਲਯੁੱਗ ਦੇ ਜ਼ਮਾਨੇ 'ਚ ਭਰਾ ਦਾ ਵੈਰੀ ਬਣਿਆ ਹੋਇਆ ਵਾ, ਜ਼ਮੀਨਾਂ ਪਿੱਛੇ ਜਿਹੜੇ ਕਤਲ ਹੋ ਰਹੇ ਨੇ, ਉੱਥੇ ਇਹ ਜਿਹੜੇ ਦੋਵੇਂ ਭਰਾ ਲੋਕਾਂ ਵਾਸਤੇ ਮਿਸਾਲ ਬਣੇ ਪਏ ਨੇ। ਇੱਕ ਵੀਰ ਜਿਹੜੀ ਕਿ ਮਲਟੀਨੈਸ਼ਨਲ ਕੰਪਨੀ 'ਚ ਕੰਮ ਕਰਦਾ ਸੀ, 30,000 ਰੁਪਏ ਨੌਕਰੀ ਕਰਦਾ ਸੀ, ਉਹ ਕੰਮਕਾਰ ਛੱਡ ਕੇ ਅੱਜ ਰੇਹੜੀ ਉੱਤੇ ਜਿਹੜਾ ਵਾ ਭਾਂਡੇ ਮਾਰ ਰਿਹਾ ਵਾ ਆਪਣੇ ਭਰਾ ਦਾ ਜਿਹੜਾ ਕਾਰੋਬਾਰ ਸੈੱਟ ਕਰਨ ਵਾਸਤੇ। ਸਾਨੂੰ ਵੀ ਕੁਝ ਸਿੱਖਣਾ ਚਾਹੀਦਾ ਵਾ, ਖਾਸ ਕਰਕੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਭਰਾ ਦਾ ਜਿਹੜੇ ਵੈਰੀ ਬਣੇ ਪਏ ਨੇ। ਮੈਨੂੰ ਦਿਓ ਇਜਾਜ਼ਤ, ਮੈਂ ਹਰਜੀਤ ਗਰੇਵਾਲ, D5 ਚੈਨਲ ਲਈ, ਅੰਮ੍ਰਿਤਸਰ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। ਕਾਨੂੰਨ